ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਿਹਨੂੰ ਅਸੀਂ ਕਹਿ ਦਈਏ ਕਿ ਬਠਿੰਡੇ ਵਾਲਿਆਂ ਦੀ ਜੇਬ ਦੀ ਪੁਦੈਸ ਆ। ਜਿਹੜੇ ਬਾਦਲ ਦੇ ਚਾਪਲੂਸ ਲੋਕ ਨੇ, ਕੌਲੀ ਚੱਟ ਲੋਕ ਨੇ, ਇਹਨਾਂ ਨੇ ਅਕਾਲ ਤਖਤ ਨੂੰ ਕਿੰਨਾ ਥੱਲੇ ਸਿੱਟਤਾ। ਅਕਾਲ ਤਖਤ ਨੂੰ ਸਰਸਾ ਸਾਧ ਦੇ ਪੈਰਾਂ 'ਚ ਰੋਲਣ ਤੋਂ ਬਾਅਦ ਇਹ ਖੁਦ ਹੀ ਸ਼੍ਰੋਮਣੀ ਕਮੇਟੀ ਉਹਦਾ ਮਲੀਆ ਮੇਟ ਕਰ ਰਹੀ ਆ। ਇਹ ਬਿਲਕੁਲ ਆਪਣੇ ਆਕਾ ਦੇ ਹੁਕਮ ਦੇ ਉੱਤੇ ਬੋਲਦੇ ਨੇ। ਇਹ ਤੋਤੇ ਨੇ। ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੰਨਾ ਬਦਸਲੂਕੀ ਕਰੋ ਕਿ ਉਹਦਾ ਮੈਕ ਫੜੋ ਤੇ ਫਿਰ ਚੁੱਪ ਉਦੋਂ ਕਰਿਆ ਜਦੋਂ ਬੀਬੀ ਨੇ ਕਿਹਾ ਤੂੰ ਟਿੱਕੇ ਬਹਿ ਜਾ ਚਾਵਲਾ। ਗਾੜੀ ਬਿਠੇ ਸੰਗਤ ਬੈਠਦੀ ਆ ਤਾਂ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਵੀ ਇਹੀ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਜਥੇਦਾਰ ਬਣਾਉਂਦੀ ਆ, ਨਾ ਕਿ ਜਥੇਦਾਰ ਸਿਧਾਂਤਾਂ ਦੇ ਮੁਤਾਬਕ ਜਾਂ ਆਪਣੀ ਦਿੱਖ ਦੇ ਜਾਂ ਆਪਣੀ ਕਥਨੀ ਕਰਨੀ ਦੇ ਨਾਲ ਬੈਠਦਾ। ਮੈਨੂੰ ਜਿੱਥੇ ਤੁਸੀਂ ਹਫ਼ਤਾ ਝਾੜੂ ਮਰਵਾ ਲਿਆ, ਇੱਕ ਦਿਨ ਹੋਰ ਝਾੜੂ ਮਰਵਾ ਕੇ ਛੱਡ ਦਿਓ ਤਾਂ ਜਥੇਦਾਰ ਦੂਜੇ ਦਿਨ ਸਟੇਜ ਤੇ ਆ ਜਾਊਗਾ। ਨੇ ਜਦੋਂ ਗੱਠਜੋੜ ਤੋੜਿਆ ਉਹ ਵੀ ਪਹਿਲਾਂ ਵੀ ਸੋਚਦੇ ਸੀ ਭਾਜਪਾ ਵਾਲੇ ਵੀ ਇਹਨਾਂ ਨੂੰ ਅਸੀਂ ਬਾਹਰ ਕੱਢੀਏ, ਗੰਦ ਨੂੰ ਪਰੇ। ਪੈਰਦਾ ਟੀਵੀ ਦੇਖ ਰਹੇ ਮੈਂ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਹਾਂ ਰਵੀ ਗਰਗ। ਪਿਛਲੇ ਦਿਨੀ ਜੋ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਥੇਦਾਰ ਦੇ ਵੱਲੋਂ ਜੋ ਐਸਜੀਪੀਸੀ ਦੇ ਮੈਂਬਰਾਂ ਨੂੰ ਜੋ ਤਨਖਾਹੀਆ ਐਲਾਨਿਆ ਗਿਆ ਸੀ ਤੇ ਉਸ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਸਮਾਗਮ ਦੇ ਵਿੱਚ ਜਾਣ ਤੇ ਪਾਬੰਦੀ ਲਗਾਈ ਗਈ ਸੀ। ਤੇ ਕੱਲ ਜੋ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਹ ਸਮਾਗਮ ਦੇ ਵਿੱਚ ਗਏ ਸਨ ਤੇ ਜਿੱਥੇ ਸੰਗਤਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਹੋਇਆ। ਤੇ ਇਸ ਸੰਬੰਧ ਦੇ ਵਿੱਚ ਸਾਡੇ ਨਾਲ ਗੱਲ ਕਰਨ ਦੇ ਲਈ ਪੰਥ ਅਕਾਲੀ ਲਹਿਰ ਨੌਜਵਾਨ ਵਿੰਗ ਦੇ ਆਗੂ ਲਖਵੰਤ ਸਿੰਘ ਦਬੁਰਜੀ ਜੁੜੇ ਨੇ। ਉਹਨਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਸਾਹਿਬ ਜੀ, ਜਿਹੜਾ ਕੱਲ ਗੋਬਿੰਦ ਸਿੰਘ ਲੌਂਗੋਵਾਲ ਜੀ ਗਏ ਨੇ ਤੇ ਤਕਰੀਬਨ 1 ਮਹੀਨਾ ਹਲੇ ਹੋਇਆ ਨਹੀਂ ਤੇ ਲੇਕਿਨ ਉੱਥੇ ਸੰਗਤਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ, ਇਸ ਨੂੰ ਕਿੱਦਾਂ ਦੇਖਦੇ ਹੋ? ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਿਹਨੂੰ ਅਸੀਂ ਕਹਿ ਦਈਏ ਕਿ ਬਠਿੰਡੇ ਵਾਲਿਆਂ ਦੀ ਜੇਬ ਦੀ ਪੁਦੈਸ ਆ, ਇਹਦਾ ਨਾਅਰੇ ਲੱਗਣੇ ਦੇ ਵਿਰੋਧ ਦੇ ਵਿੱਚ ਕਾਰਨ ਇਹੀ ਆ। ਇਹ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਨਹੀਂ ਅਸੀਂ ਇਹਨੂੰ ਕਹਿ ਸਕਦੇ, ਨਾ ਇਹਨੂੰ ਅਸੀਂ ਪੰਥਕ ਤੈਤੀਸ਼ ਦੱਸ ਸਕਦੇ ਹਾਂ। ਇਹ ਬਠਿੰਡੇ ਵਾਲਿਆਂ ਦਾ ਬਿਠਾਇਆ ਹੋਇਆ, ਜਿਸ ਨੂੰ ਧਾਰਮਿਕ ਵਿਸ਼ੇ ਦੇ ਉੱਤੇ ਕੱਖ ਦਾ ਨਹੀਂ ਪਤਾ ਹੈ। ਜਦੋਂ ਵੀ ਇਹਨੂੰ ਕੋਈ ਚੱਜ ਦਾ ਸਵਾਲ ਕਰਦਾ ਪੱਤਰਕਾਰ, ਉੱਥੋਂ ਇਹ ਭੱਜਦਾ। ਦੂਜੀ ਗੱਲ, ਇਹਦਾ ਵਿਰੋਧ ਹੋਇਆ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ 18 ਤਰੀਕ ਨੂੰ ਜਦੋਂ ਇਹਨਾਂ ਨੂੰ ਤਲਬ ਕੀਤਾ ਤਖ਼ਤ ਸਾਹਿਬ ਤੇ, ਤਾਂ ਉਦੋਂ ਇਹਨਾਂ ਨੂੰ ਸਜ਼ਾ ਦਿੱਤੀ ਸੀ ਕਿ 1 ਮਹੀਨੇ ਦੇ ਲਈ ਤੁਸੀਂ ਕਿਤੇ ਜਨਤਕ ਪੰਥਕ ਪ੍ਰੋਗਰਾਮ ਅਟੈਂਡ ਨਹੀਂ ਕਰ ਸਕਦੇ। ਪਰ ਹੁਣ ਤੁਸੀਂ ਇਹ ਦੇਖੋ, ਜਿਹੜੇ ਬਾਦਲ ਦੇ ਚਾਪਲੂਸ ਲੋਕ ਨੇ, ਕੌਲੀ ਚੱਟ ਲੋਕ ਨੇ, ਇਹਨਾਂ ਨੇ ਅਕਾਲ ਤਖਤ ਨੂੰ ਕਿੰਨਾ ਥੱਲੇ ਸਿੱਟਤਾ। ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪਾਸੇ ਤਾਂ ਲਿਖ ਕੇ ਦਿੰਦੇ ਨੇ ਇਸ ਰਿਪੋਰਟ ਦੀ ਜਾਂਚ ਤੁਸੀਂ ਕਰਕੇ ਸਜ਼ਾ ਤੁਸੀਂ ਦੇਵੋ, ਦੂਜੇ ਪਾਸੇ ਜਦੋਂ ਰਿਪੋਰਟਾਂ ਦੇ ਦੁਆਰਾ ਜਾਂਚ ਹੋ ਕੇ ਸਜ਼ਾ ਹੋ ਜਾਂਦੀ ਹੈ ਤਾਂ ਉਹ ਅਕਾਲ ਤਖਤ ਨੂੰ ਸਰਸਾ ਸਾਧ ਦੇ ਪੈਰਾਂ 'ਚ ਰੋਲਣ ਤੋਂ ਬਾਅਦ ਇਹ ਖੁਦ ਹੀ ਸ਼੍ਰੋਮਣੀ ਕਮੇਟੀ ਉਹਦਾ ਮਲੀਆ ਮੇਟ ਕਰ ਰਹੀ ਆ। ਇਹਨਾਂ ਨੇ 18 ਤਰੀਕ 'ਚ ਹਜੇ ਕਿੰਨੇ ਦਿਨ ਨੇ, ਇਹਨਾਂ ਨੇ ਉਸ ਦਾ ਕੋਈ ਧਿਆਨ ਨਹੀਂ ਦਿੱਤਾ। ਇਹ ਅਕਾਲ ਤਖਤ 'ਤੇ ਗਏ ਸ਼ਹੀਦੀ ਸਮਾਗਮ 'ਤੇ, ਪਰ ਇਹਨਾਂ ਨੂੰ ਪਤਾ ਸੀ ਕਿ ਅਸੀਂ ਜਨਤਕ ਪ੍ਰੋਗਰਾਮ ਅਟੈਂਡ ਨਹੀਂ ਕਰਨੇ 1 ਮਹੀਨੇ ਲਈ। ਪਰ ਉਹ ਕਿਉਂ ਗਏ ਨੇ? ਇਹ ਜੇ ਇਹਨਾਂ ਨੂੰ ਗੁਰੂ ਦੀ ਨਹੀਂ, ਇਹਨਾਂ ਨੂੰ ਸੰਗਤ ਦੀ ਨਹੀਂ, ਇਹ ਕੁਛ ਸ਼ਰਮ ਤਾਂ ਕਰ ਲੈਣ ਵੀ ਸਾਨੂੰ ਲਾਂਚ ਕੀਤਾ ਗਿਆ ਤਖਤ ਤੋਂ, ਜਿਹਨੂੰ ਪੂਰੇ ਵਿਸ਼ਵ ਨੇ ਸੁਣਿਆ ਕਿ 1 ਮਹੀਨੇ ਲਈ ਤੁਸੀਂ ਜਨਤਕ ਪ੍ਰੋਗਰਾਮ ਨਹੀਂ ਕਰ ਸਕਦੇ। ਪਰ ਨਾ ਇਹਨਾਂ ਨੂੰ ਵਿਸ਼ਵ ਦੀ, ਨਾ ਸੰਗਤ ਦੀ, ਨਾ ਜਨਤਾ ਦੀ, ਨਾ ਇਹਨਾਂ ਨੂੰ ਅਕਾਲ ਤਖਤ ਦੀ ਮੀਰੀ ਪੀਰੀ ਸਿਧਾਂਤਾਂ ਦੀ ਕੋਈ ਹੈ ਲੱਜਾ। ਇਹ ਬਿਲਕੁਲ ਆਪਣੇ ਆਕਾ ਦੇ ਹੁਕਮ ਦੇ ਉੱਤੇ ਬੋਲਦੇ ਨੇ। ਇਹ ਤੋਤੇ ਨੇ, ਜੋ ਇਹਨਾਂ ਨੂੰ ਰਟਨ ਮਗਰੋਂ ਕੀਤਾ ਜਾਂਦਾ ਉਸੇ ਤਰ੍ਹਾਂ ਇਹ ਬੋਲਦੇ ਨੇ। ਹੁਣ ਤੁਸੀਂ ਇਹ ਦੇਖੋ ਕਿ ਉਸ ਸਮੇਂ ਗੁਰੂ ਮਹਾਰਾਜ ਜੀ ਦੀ ਸੁਖ ਆਸਣ 'ਚ ਉੱਥੇ ਵਿਰੋਧ ਹੋਇਆ ਇਹਨਾਂ ਦਾ, ਪਰ ਜਦੋਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਬਜਟ ਪੇਸ਼ ਕੀਤਾ ਉਹਦੇ ਉੱਤੇ ਇਹਨਾਂ ਨੇ ਕਿੱਡੀਆਂ ਵੱਡੀਆਂ ਕੁਤਾਹੀਆਂ ਕਰੀਆਂ ਨੇ। ਜਿਹੜੇ ਉੱਥੇ ਬੀਬੀ ਕਿਰਨਜੀਤ ਕੌਰ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਉਸ ਇਜਲਾਸ ਦੇ ਵਿੱਚ ਇੱਕੋ ਹੀ ਸਵਾਲ ਕਰਿਆ ਸੀ ਕਿ ਮੈਂ ਹੁਣ ਕਮੇਟੀ ਮੈਂਬਰਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੜੇ 328 ਸਰੂਪ ਗਾਇਬ ਹੋਏ ਨੇ ਉਹਨਾਂ ਬਾਰੇ ਦੱਸੋ, ਉਹਨਾਂ ਨੂੰ ਕੀ ਤੁਸੀਂ ਸਜ਼ਾ ਦੇਵੋਗੇ, ਕੀ ਕਰੋਗੇ? ਉਹਨਾਂ ਦਾ ਫਰਜ਼ ਬਣਦਾ ਸੀ, ਕਿਉਂਕਿ ਸੰਗਤ ਨੇ ਉਹਨਾਂ ਨੂੰ ਗੁਰੂ ਮਹਾਰਾਜਾਂ ਦੀ ਰਾਖੀ ਦੇ ਲਈ ਜ਼ਿੰਮੇਵਾਰੀ ਦਿੱਤੀ ਆ।
ਪਰ ਸ਼ਰਮ ਦੀ ਗੱਲ ਇੱਥੋਂ ਖਤਮ ਹੁੰਦੀ ਆ, ਇੰਨੇ ਕੁ ਅਸੀਂ ਇਹ ਗਿਰ ਗਈ ਸ਼੍ਰੋਮਣੀ ਕਮੇਟੀ। ਜਿਹੜੀ ਸ਼੍ਰੋਮਣੀ ਕਮੇਟੀ ਨੇ ਗੁਰੂ ਮਹਾਰਾਜ ਜੀ ਦੀ ਰੱਖਿਆ ਕਰਨੀ ਸੀ, ਗੁਰਦੁਆਰਿਆਂ ਦੇ ਸਿਧਾਂਤਾਂ ਦੀ ਰੱਖਿਆ ਕਰਨੀ ਸੀ, ਉਸੇ ਕਮੇਟੀ ਦੇ ਇਜਲਾਸ ਦੇ ਵਿੱਚ ਜੇ ਇੱਕ ਔਰਤ, ਇੱਕ ਬੀਬੀ ਸਵਾਲ ਕਰਦੀ ਆ ਕਿ ਸਰੂਪ ਕਿੱਥੇ ਗਏ, ਤਾਂ ਉਹਦਾ ਮੈਕ ਬੰਦ ਕੀਤਾ ਜਾਂਦਾ। ਮੈਕ ਕਿਹਨਾਂ ਵੱਲੋਂ ਬੰਦ ਕੀਤਾ ਜਾਂਦਾ? ਜਿਨ੍ਹਾਂ ਨੇ ਕਿਸੇ ਸਮੇਂ ਫੈਡਰੇਸ਼ਨਾਂ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਈਆਂ ਨੇ। ਗੁਰਚਰਨ ਸਿੰਘ ਚਾਹਲ ਵਰਗਿਆਂ ਨੇ, ਜਿਹੜੇ ਕਹਿੰਦੇ ਨੇ ਅਸੀਂ ਫੈਡਰੇਸ਼ਨਾਂ ਚਲਾਈਆਂ ਹੋਈਆਂ ਨੇ। ਅਸੀਂ ਉਹਨਾਂ ਫੈਡਰੇਸ਼ਨਾਂ ਦੇ ਜ਼ਿੰਮੇਵਾਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਫੈਡਰੇਸ਼ਨਾਂ ਇਸ ਲਈ ਚਲਾਈਆਂ ਸੀ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਬਾਦਲ ਦੇ ਬੋਡੀਗਾਰਡ ਬਣ ਕੇ, ਤੁਸੀਂ ਉਹਦੇ ਅੰਗ ਰੱਖਿਅਕ ਬਣ ਕੇ ਤੁਸੀਂ ਸ਼੍ਰੋਮਣੀ ਕਮੇਟੀ ਦਾ ਮਲੀਆ ਮੇਟ ਕਰੋ। ਤੁਸੀਂ ਇੱਕ ਬੀਬੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੰਨਾ ਬਦਸਲੂਕੀ ਕਰੋ ਕਿ ਉਹਦਾ ਮੈਕ ਫੜੋ। ਅਤੇ ਫਿਰ ਚੁੱਪ ਉਦੋਂ ਕਰਿਆ ਜਦੋਂ ਬੀਬੀ ਨੇ ਕਿਹਾ ਤੂੰ ਟਿੱਕੇ ਬਹਿ ਜਾਓ ਚਾਵਲਾ। ਇਹ ਕਿੱਡੀ ਸ਼ਰਮ ਦੀ ਗੱਲ ਆ। ਅਤੇ ਉੱਥੇ ਹੀ ਇਹ ਪ੍ਰਧਾਨ ਬੈਠਾ ਸੀ, ਉੱਥੇ ਹੀ ਇਹ ਜਥੇਦਾਰ ਬੈਠਾ ਸੀ ਜੋ ਬਠਿੰਡੇ ਵਾਲਿਆਂ ਦੀ ਜੇਬ 'ਚੋਂ ਨਿਕਲਦਾ। ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਮੈਕ ਫੜ ਕੇ ਕਹਿੰਦੇ ਕਿ ਬੀਬੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਆ, ਅਰੇ ਇਹਨੂੰ ਅਧਿਕਾਰ ਆ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਨੇ ਇਹ ਸਾਨੂੰ ਸਵਾਲ ਕਰ ਸਕਦੇ ਨੇ। ਪਰ ਨਹੀਂ, ਇਹ ਇਸ ਤਰ੍ਹਾਂ ਦੀ ਕੋਈ ਨਹੀਂ ਕਾਰਵਾਈ ਕਰ ਸਕਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਿੱਤ 'ਚ ਹੋਵੇ, ਕੌਮ ਦੇ ਹਿੱਤ 'ਚ ਹੋਵੇ। ਉਸ ਇਜਲਾਸ ਦੇ ਵਿੱਚੋਂ ਪਤਾ ਲੱਗਦਾ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਬਾਰੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਪੁੱਛਦੇ ਹਾਂ ਤਾਂ ਸਾਡੇ ਕੋਲੋਂ ਮੈਕ ਹੋ ਹੀ ਜਾਂਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਬਰਗਾੜੀ ਬਿਠੇ ਸੰਗਤ ਬੈਠਦੀ ਆ ਤਾਂ ਉਹਨਾਂ 'ਤੇ ਗੋਲੀਆਂ ਚਲਾਉਣ ਵਾਲੇ ਵੀ ਇਹੀ ਨੇ। ਇਹ ਸ਼੍ਰੋਮਣੀ ਕਮੇਟੀ ਦੇ ਆਕਾ ਦੇ ਹੁਕਮਾਂ ਦੇ ਨਾਲ ਉੱਥੇ ਗੋਲੀਆਂ ਚੱਲਦੀਆਂ ਨੇ। ਇਹ ਸਾਡੀ ਪੰਥਕ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਗਤੀਵਿਧੀਆਂ ਨੇ। ਪੰਜਾਬ ਦੇ ਵਿੱਚ ਸਿੱਖ ਸੰਗਤਾਂ ਸੁਚੇਤ ਹੋ ਜਾਣ ਇਹਨਾਂ ਨੂੰ ਨਰੈਣੂਆਂ ਤੋਂ ਵੀ ਅੱਗੇ ਨਿਕਲ ਚੁੱਕੇ ਨੇ। ਜਿੰਨਾ ਟਾਈਮ ਕੌਮ ਇਹਨਾਂ ਨੂੰ ਬਰਖਾਸਤ ਨਹੀਂ ਕਰਦੀ, ਗੁਰੂ ਗ੍ਰੰਥ ਸਾਹਿਬ ਜੀ ਸੁਰੱਖਿਅਤ ਨਹੀਂ। ਇੱਥੇ ਸਾਡੀ ਮੀਰੀ ਪੀਰੀ ਸਿਧਾਂਤ ਸੁਰੱਖਿਅਤ ਨਹੀਂ। ਇੱਥੇ ਕੁਝ ਨਹੀਂ ਮਿਲਣਾ ਹੈ ਕੌਮ ਨੂੰ। ਗੋਲਕਾਂ ਸਭ ਕੁਝ ਇਹਨਾਂ ਨੇ ਖਤਮ ਕਰ ਦਿੱਤਾ ਵਾ। ਤੁਸੀਂ ਕਿਹਾ ਕਿ ਜਿਹੜੇ ਬਾਦਲ ਕਹਿ ਦੀ ਜੇਬ ਦੇ ਵਿੱਚੋਂ ਜਥੇਦਾਰ ਨਿਕਲਦੇ ਨੇ, ਕਾਰਨ ਇਹੀ ਹੈ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਸੀਗਾ ਉਹ ਲੌਂਗੋਵਾਲ ਵੱਲੋਂ ਜਿਹੜਾ ਨਹੀਂ ਮੰਨਿਆ ਗਿਆ, ਉਸ ਦੀ ਉਲੰਘਣਾ ਕੀਤੀ ਗਈ ਵੀ ਉਸ ਨੂੰ ਪਤਾ ਵੀ ਇਸ ਦੀ ਜਿਹੜੀ ਮੈਨੂੰ ਸਜ਼ਾ ਨਹੀਂ ਦਿੱਤੀ ਜਾਣੀ। ਉਹਨਾਂ ਨੂੰ ਪਤਾ ਕਿ ਜਥੇਦਾਰ ਸਾਨੂੰ ਕਹਿ ਨਹੀਂ ਸਕਦਾ। ਹੁਣ ਜਥੇਦਾਰ ਦੇ ਹੁਕਮ ਤੋਂ ਬਾਹਰ ਹੋ ਕੇ ਲੌਂਗੋਵਾਲ ਪਹੁੰਚ ਗਿਆ ਸਮਾਗਮ 'ਤੇ। ਉਹਨੂੰ ਪਤਾ ਵੀ ਜੇ ਮੈਂ ਕੋਈ ਕੁਤਾਹੀ ਕਰ ਲਈ ਤਾਂ ਜਿੰਨਾ ਟਾਈਮ ਮੈਂ ਉਹਨੂੰ ਕਹਿੰਦਾ ਨਹੀਂ ਕਾਰਵਾਈ ਕਰਨ ਨੂੰ, ਉਨਾ ਟਾਈਮ ਜਥੇਦਾਰ ਕੋਈ ਕਾਰਵਾਈ ਨਹੀਂ ਕਰ ਸਕਦਾ। ਕਿਉਂਕਿ ਸ਼੍ਰੋਮਣੀ ਕਮੇਟੀ ਜਥੇਦਾਰ ਬਣਾਉਂਦੀ ਆ, ਨਾ ਕਿ ਜਥੇਦਾਰ ਸਿਧਾਂਤਾਂ ਦੇ ਮੁਤਾਬਕ ਜਾਂ ਆਪਣੀ ਦਿੱਖ ਦੇ ਜਾਂ ਆਪਣੀ ਕਥਨੀ ਕਰਨੀ ਦੇ ਨਾਲ ਬੈਠਦਾ ਉੱਥੇ ਹੀ। ਜਿਵੇਂ ਹੁਣ ਤੁਸੀਂ ਪਹਿਲਾਂ ਦੇਖ ਲਓ, ਆਹ ਸਵਾਲ ਵਧੀਆ ਕਰਿਆ। ਜਦੋਂ ਪਹਿਲਾਂ 328 ਸਰੂਪਾਂ ਦਾ ਮਸਲਾ ਆਇਆ 267 ਦਾ, ਜਿੰਨਾ ਟਾਈਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਲਿਖ ਕੇ ਨਹੀਂ ਦਿੱਤਾ ਕਿ ਇਸ ਦੀ ਸਾਰੀ ਕਾਰਵਾਈ ਤੁਸੀਂ ਕਰੋ, ਆਪਣੇ ਹੱਥ 'ਚ ਮਾਮਲਾ ਲਵੋ, ਉਹਨਾਂ ਟਾਈਮ ਜਥੇਦਾਰ ਦੀ ਮੂੰਹ ਨਹੀਂ ਖੁੱਲ੍ਹਿਆ। ਕਿਉਂ ਨਹੀਂ ਖੁੱਲ੍ਹਿਆ? ਕਿਉਂਕਿ ਉਹਨਾਂ ਦੇ ਆਕਾ ਨੇ ਉਹਨਾਂ ਟਾਈਮ ਨਹੀਂ ਉਹ ਬੋਲੇ ਹੈਗੇ। ਅਤੇ ਹੁਣ ਵੀ ਉਹ ਕਿਵੇਂ ਬੋਲਣਗੇ? ਜੇ ਕੌਮ ਵਿਰੋਧ ਕਰੂਗੀ ਤਾਂ ਉਹਨਾਂ ਦੇ ਉੱਤੇ ਚਿੱਕੜ ਸੁੱਟੂਗੀ। ਜੇ ਲੌਂਗੋਵਾਲ ਨੇ ਕਹਿਤਾ ਵੀ ਹਾਂ ਜੀ ਤੁਸੀਂ ਮੈਨੂੰ ਥੋੜ੍ਹਾ ਜਿਹਾ ਰਾਹਤ ਮਿਲ ਜੂ, ਤੁਸੀਂ ਥੋੜ੍ਹੀ ਜਿਹੀ ਕਾਰਵਾਈ ਹੋਰ ਕਰਕੇ ਮੈਨੂੰ, ਜਿੱਥੇ ਤੁਸੀਂ ਹਫ਼ਤਾ ਝਾੜੂ ਮਰਵਾ ਲਿਆ, ਇੱਕ ਦਿਨ ਹੋਰ ਝਾੜੂ ਮਰਵਾ ਕੇ ਛੱਡ ਦਿਓ, ਤਾਂ ਜਥੇਦਾਰ ਦੂਜੇ ਦਿਨ ਸਟੇਜ 'ਤੇ ਆ ਜਾਊਗਾ ਉਹਨੂੰ ਤੋਂ ਇੱਕ ਦਿਨ ਝਾੜੂ ਮਰਵਾਉਣ ਦੇ ਲਈ। ਇਹਨਾਂ ਨੇ ਅਕਾਲ ਤਖਤ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਜੇਬ 'ਚ ਪਾ ਰੱਖਿਆ ਬਾਦਲਕਿਆਂ ਨੇ। ਇਹਨਾਂ ਤੋਂ ਕੌਮ ਖਹਿੜਾ ਛਡਾ ਲਵੇ ਤਦੀ ਕੌਮ ਦਾ ਭਲਾ ਹੋ ਸਕਦਾ। ਜਿਹੜਾ ਹੁਣ ਗੱਠਜੋੜ ਟੁੱਟਿਆ ਸੀ, ਤੇ ਗੱਠਜੋੜ ਟੁੱਟਣ ਤੋਂ ਤਕਰੀਬਨ ਹਫ਼ਤੇ ਦੇ ਬਾਅਦ ਹੀ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਜੱਜ ਦੀ ਨਿਯੁਕਤੀ ਕਰ ਦਿੱਤੀ ਗਈ ਐਜੀਪੀਸੀ ਇਲੈਕਸ਼ਨਾਂ ਦੇ ਲਈ। ਤੁਹਾਨੂੰ ਕੀ ਲੱਗ ਰਿਹਾ ਵੀ ਇਲੈਕਸ਼ਨਾਂ ਹੋਣਗੀਆਂ ਜਾਂ ਹਲੇ ਇਹ ਵੀ ਜਿਹੜਾ ਕਿ ਵੀ ਇੱਕ ਕਿਸਮ ਦਾ ਜਿਹੜਾ ਮਤਲਬ ਕਿ ਡਰਾਮਾ ਹੀ ਰਚਿਆ ਜਾ ਰਿਹਾ? ਨਹੀਂ, ਡਰਾਮਾ ਤਾਂ ਲੱਗਦਾ ਹੈ ਨਹੀਂ, ਕਿਉਂਕਿ ਇਹਨਾਂ ਦੀ ਭਾਈਵਾਲਤਾ ਸੀ। ਉਹਨਾਂ ਟਾਈਮ ਸੈਂਟਰ ਗੌਰਮੈਂਟ ਨੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਕੋਈ ਗੱਲਬਾਤ ਨਹੀਂ ਕਰੀ, ਬਲਕਿ ਉਹਨਾਂ ਨੂੰ ਵੀ ਪਤਾ ਕਿ 11 ਦੇ ਵਿੱਚ ਹੋਈ ਆ ਚੋਣ, ਇੰਨਾ ਟਾਈਮ ਹੋ ਗਿਆ, ਪਰ ਕਰੀ ਕਿਉਂ ਨਹੀਂ? ਇੱਥੋਂ ਕੌਮ ਨੂੰ ਤੇ ਪੂਰੇ ਜਗਤ ਨੂੰ ਪਤਾ ਲੱਗਦਾ ਕਿ ਇਹਨਾਂ ਨੇ ਸੈਂਟਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਰੋਕਿਆ ਹੋਇਆ ਸੀ। ਜਿਹੜਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਇਹ ਧੱਕੇ ਨਾਲ ਕਬਜ਼ਾ ਕਰੀ ਬੈਠਾ ਕਮੇਟੀ 'ਤੇ, ਉਹ ਅੱਜ ਸਾਡੇ ਮੂਹਰੇ ਆ ਗਿਆ। ਕਿਉਂਕਿ ਇਹਨਾਂ ਨੇ ਜਦੋਂ ਗੱਠਜੋੜ ਤੋੜਿਆ, ਉਹ ਵੀ ਪਹਿਲਾਂ ਵੀ ਸੋਚਦੇ ਸੀ ਭਾਜਪਾ ਵਾਲੇ ਵੀ ਇਹਨਾਂ ਨੂੰ ਅਸੀਂ ਬਾਹਰ ਕੱਢੀਏ, ਗੰਦ ਨੂੰ ਪਰੇ, ਪਰ ਕੁਦਰਤੀ ਸਾਰਾ ਕੁਝ ਬਣ ਗਿਆ ਜਿਵੇਂ ਮਹਾਰਾਜ ਦੀ ਕਿਰਪਾ ਹੁੰਦੀ ਆ।
ਤੇ ਇੱਥੋਂ ਹੁਣ ਜ਼ਾਹਰ ਹੁੰਦਾ ਵੀ ਇਹਨਾਂ ਨੇ ਵਾਕਿਆ ਹੀ ਉਹਨਾਂ ਨੂੰ ਰੋਕਿਆ ਹੋਇਆ ਸੀ ਵੀ ਤੁਸੀਂ ਕਮੇਟੀ ਦੀ ਚੋਣ ਨਾ ਕਰਾਇਓ। ਗੱਠਜੋੜ ਟੁੱਟਣ ਤੋਂ ਬਾਅਦ ਹੀ ਉਹਨਾਂ ਨੇ ਕਮਿਸ਼ਨ ਲਾਗੂ ਕੀਤਾ, ਨਿਯੁਕਤ ਕੀਤਾ। ਤੇ ਹੁਣ ਜਿਵੇਂ ਵੀ ਉਹ ਮਹੀਨਾ ਡੇਢ ਮਹੀਨਾ ਹਾਲੇ ਲੱਗ ਜੂ ਪੰਜਾਬ ਵੱਲ ਨੂੰ ਰਵਾਨਾ ਹੋਣ ਨੂੰ, ਜਿਵੇਂ ਵੀ ਹੋਊ ਤੇ ਅਸੀਂ ਉਹਦੀ ਤਿਆਰੀ ਦੇ ਵਿੱਚ ਰਹਾਂਗੇ, ਪੂਰੇ ਕੌਮ ਨੂੰ ਸੁਚੇਤ ਕਰਦੇ ਰਹਾਂਗੇ ਤੇ ਘਰ ਘਰ ਜਾ ਕੇ ਵੀ ਅਸੀਂ ਪੰਥ ਅਕਾਲੀ ਲਹਿਰ ਵੱਲੋਂ ਸੰਗਤਾਂ ਨੂੰ ਸੁਚੇਤ ਕਰਾਂਗੇ। ਇਹ ਸਨ ਪੰਥ ਅਕਾਲੀ ਲਹਿਰ ਨੌਜਵਾਨ ਵਿੰਗ ਦੇ ਆਗੂ ਲਖਵੰਤ ਸਿੰਘ ਦਬੁਰਜੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਐਜੀਪੀਸੀ ਦੀ ਇਲੈਕਸ਼ਨਾਂ ਦੇ ਲਈ ਜੋ ਜੱਜ ਦੀ ਨਿਯੁਕਤੀ ਹੋਈ ਹੈ ਤੇ ਸਾਡੇ ਵੱਲੋਂ ਵੀ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਕਿ ਜਲਦ ਤੋਂ ਜਲਦ ਐਜੀਪੀਸੀ ਦੀ ਇਲੈਕਸ਼ਨਾਂ ਹੋਣ ਜਾਂ ਜੋ ਬਾਦਲ ਪਰਿਵਾਰ ਨੂੰ ਜੋ ਮੂੰਹ ਤੋੜ ਜਵਾਬ ਦਿੱਤਾ ਜਾਵੇ। ਕੈਮਰਾਮੈਨ ਸੰਦੀਪ ਦੇ ਨਾਲ ਰਵੀ ਗਰਗ ਦੀ ਰਿਪੋਰਟ, ਪੈਰਦਾ ਟੀਵੀ, ਲੁਧਿਆਣਾ।